ਵਿਧਾਨ ਸਭਾ ਚੋਣਾਂ ਨੇੜੇ ਆਉਣ ਤੋਂ ਬਾਅਦ ਸਿਆਸੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਨੇ। ਅੱਜ ਬਠਿੰਡਾ ਪਹੁੰਚੇ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ 2007 ਤੱਕ ਬਿਜਲੀ ਸੰਕਟ ਨਾਲ ਜੂਝ ਰਹੇ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ 2009 ਵਿੱਚ ਸਰਪਲਸ ਸੂਬਾ ਬਣਾਇਆ, ਜੋ 2017 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਾਣ ਤੋਂ ਬਾਅਦ ਕਿ ਪੰਜਾਬ ਸਰਕਾਰ ਨੇ ਪੰਜਾਬ ਸੂਬੇ ਵਿੱਚ 1 ਮੈਗਾਵਾਟ ਦੀ ਬਿਜਲੀ ਬਣਾਉਣ ਦੀ ਕੋਸ਼ਿਸ਼ ਕੀਤੀ। ਬਿਜਲੀ ਸਰਪਲਸ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਬਠਿੰਡਾ ਦੇ ਸ਼੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਕਾਂਗਰਸ ਸਰਕਾਰ ਨੇ ਪਹਿਲ ਦੇ ਆਧਾਰ ਤੇ ਬੰਦ ਕੀਤਾ। ਚੱਲੇ ਆ ਰਹੇ ਥਰਮਲ ਪਲਾਂਟਾਂ ਨੂੰ ਬੰਦ ਕਰ ਦਿੱਤਾ ਗਿਆ ਅਤੇ ਬੰਦ ਪਏ ਪਲਾਂਟਾਂ ਨੂੰ ਚਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ, ਜਿਸ ਕਾਰਨ ਅੱਜ ਸੂਬਾ ਬਿਜਲੀ ਸੰਕਟ ਨਾਲ ਜੂਝ ਰਿਹਾ ਹੈ। ਇੰਡਸਟਰੀ ਨੂੰ 2 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਦਫ਼ਤਰਾਂ ਵਿੱਚ ਸਿਰਫ 2 ਵਜੇ ਤੱਕ ਹੀ ਕੰਮ ਹੋ ਰਿਹਾ ਹੈ, ਜਿਸ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ। ਕੈਪਟਨ ਸਰਕਾਰ ਨੇ ਸਬਸਿਡੀ ਦਾ 5000 ਕਰੋੜ ਰੁਪਇਆ PSPCL ਨੂੰ ਹਾਲੇ ਤੱਕ ਨਹੀਂ ਦਿੱਤਾ। 44 ਵਿਭਾਗਾਂ ਦੇ ਕਰੋੜਾਂ ਰੁਪਏ ਦੇ ਬਿੱਲ ਹਾਲੇ ਤੱਕ ਪੰਜਾਬ ਸਰਕਾਰ ਨੇ ਨਹੀਂ ਭਰੇ। 8-8, 9-9 ਲੱਖ ਰੁਪਏ ਬਿਜਲੀ ਦੇ ਬਿੱਲ ਇਹਨਾਂ ਦੇ ਵਿਧਾਇਕਾਂ ਦੇ ਪਏ ਹਨ। ਕੈਪਟਨ ਅਮਰਿੰਦਰ ਸਿੰਘ 60 ਏਸੀਆਂ ਦੀ ਠੰਡੀ ਹਵਾ ਲੈ ਰਹੇ ਹਨ, ਪਰ ਆਮ ਲੋਕ ਪਰੇਸ਼ਾਨ ਹੋ ਰਹੇ ਨੇ। ਸੂਬੇ ਨੂੰ ਬਿਜਲੀ ਸੰਕਟ ਵਿੱਚ ਉਭਾਰਨ ਦੀ ਥਾਂ ਤੇ PPA ਐਗਰੀਮੈਂਟ ਦਾ ਰੌਲਾ ਫਜ਼ੂਲ ਵਿੱਚ ਪਾ ਰਹੇ ਨੇ। ਕਿਸਾਨਾਂ ਵੱਲੋਂ ਸੰਸਦ ਦੇ ਘਿਰਾਓ ਉੱਤੇ ਬੋਲਦਾ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਹੁਣ ਤੱਕ 500 ਦੇ ਕਰੀਬ ਕਿਸਾਨ ਇਸ ਅੰਦੋਲਨ ਵਿੱਚ ਸ਼ਹੀਦੀ ਪਾ ਚੁੱਕੇ ਹਨ, ਪਰ ਕੇਂਦਰ ਦੀ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਿਰਕਦੀ। ਅਜਿਹੀ ਨਿਕੰਮੀ ਸਰਕਾਰ ਤੋਂ ਲੋਕਾਂ ਨੇ ਹੋਰ ਕੀ ਉਮੀਦ ਲਾਉਣੀ ਹੈ। ਪੰਜਾਬ ਵਿੱਚ ਨਸ਼ਾ ਪ੍ਰਫੁੱਲਤ ਹੋਇਆ। ਹੁਣ ਤੱਕ ਕਰੀਬ 1300 ਨੌਜਵਾਨਾਂ ਦੀ ਨਸ਼ੇ ਕਾਰਨ ਜਾਨ ਚਲੀ ਗਈ, ਪਰ ਸਰਕਾਰ ਨੂੰ ਕੋਈ ਪਰਵਾਹ ਨਹੀਂ। ਸਗੋਂ ਕਾਂਗਰਸੀਆਂ ਕੋਲੋਂ 700 ਕਰੋੜ ਰੁਪਏ ਦੀ ਹੈਰੋਇਨ ਫੜੀ ਜਾਂਦੀ ਹੈ। ਸਰਕਾਰ ਖੁਦ ਨਸ਼ਾ ਵੇਚ ਰਹੀ ਹੈ, ਹੋਮ ਡਿਲੀਵਰੀ ਕਰ ਰਹੀ ਹੈ। ਨਾਜਾਇਜ਼ ਸ਼ਰਾਬ ਫੈਕਟਰੀਆਂ ਦੀ ਪੰਜਾਬ ਵਿੱਚ ਭਰਮਾਰ ਹੈ। ਉਹਨਾਂ ਕਿਹਾ ਕਿ ਜਹਾਜ਼ਾਂ ਦੀ ਫੈਕਟਰੀ ਲਾਉਣ ਵਾਲੇ ਵਿੱਤ ਮੰਤਰੀ ਨੇ ਬਠਿੰਡਾ ਦਾ ਥਰਮਲ ਪਲਾਂਟ ਹੀ ਬੰਦ ਕਰ ਦਿੱਤਾ। ਜਦੋਂ ਜ਼ਮੀਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਵਿਰੋਧ ਹੋਣ 'ਤੇ ਹੁਣ ਉੱਥੇ ਖੱਡੇ ਲਾ ਕਰੋੜਾਂ ਦਾ ਘਪਲਾ ਕੀਤਾ ਜਾ ਰਿਹਾ ਹੈ। ਸਰਕਾਰ ਨੂੰ ਸਵਾਲ ਕਰਨ ਵਾਲੇ ਹਰ ਵਰਗ ਦੇ ਲੋਕਾਂ ਉੱਪਰ ਤਸ਼ੱਦਦ ਢਾਇਆ ਗਿਆ। ਅਕਾਲੀ ਦਲ ਨੂੰ ਦੋਵੇਂ ਪਾਰਟੀਆਂ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਰਲ ਕੇ ਬਦਨਾਮ ਕੀਤਾ। ਉਹਨਾਂ ਨੇ ਕਿਹਾ ਅਕਾਲੀ ਸਰਕਾਰ ਵੇਲੇ ਆਮ ਲੋਕਾਂ ਨੂੰ ਦਿੱਤੀਆਂ ਗਈਆਂ ਸਹੂਲਤਾਂ ਕਾਂਗਰਸ ਸਰਕਾਰ ਨੇ ਬੰਦ ਕਰ ਦਿੱਤੀਆਂ। ਇਹ ਮੁੜ ਸਰਕਾਰ ਬਣਨ 'ਤੇ ਬਹਾਲ ਕੀਤੀਆਂ ਜਾਣਗੀਆਂ। ਸਕਾਲਰਸ਼ਿਪ ਘੁਟਾਲਾ ਕਰਨ ਵਾਲੇ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਮੁੜ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣ ਲਈ ਉਤਲੇ ਹਨ। देखो 2007 'ਚ जब चोणां होईयां सीगियां कैप्टन दी सरकार सीगी, उस टाइम आम घरां 'ਚ 10-12 घंटे ਦੇ ਕੱਟ ਲੱਗਦੇ ਸੀਗੇ ਤੇ ਖੇਤਾਂ ਨੂੰ ਮਸਾਂ 2.5-3 ਘੰਟੇ ਬਿਜਲੀ ਮਿਲਦੀ ਸੀ, ਜਿਹਦੇ ਕਰਕੇ ਨਾ ਇੰਡਸਟਰੀ ਚੱਲ ਰਹੀ ਸੀਗੀ, ਨਾ ਫਸਲ ਦੀ ਬਿਜਾਈ ਚੱਜ ਨਾਲ ਹੋ ਸਕਦੀ ਸੀ ਤੇ ਘਰ ਘਰ 'ਚ ਹਾਹਾਕਾਰ ਮਚੀ ਸੀ। ਤੇ ਸ਼੍ਰੋਮਣੀ ਅਕਾਲੀ ਦਲ ਨੇ ਵਾਅਦਾ ਕੀਤਾ ਸੀ ਕਿ ਜੇ ਸਾਡੀ ਸਰਕਾਰ ਬਣਾਓ ਅਸੀਂ ਬਿਜਲੀ ਪੂਰੀ ਨਹੀਂ ਕਰਾਂਗੇ, ਆਪਾਂ ਸਰਪਲਸ ਕਰਾਂਗੇ। ਮੈਨੂੰ ਮਾਣ ਹੈ ਕਿ 2007 'ਚ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈ। 2 ਸਾਲਾਂ ਦੇ ਅੰਦਰ ਕੰਮਕਾਜ ਸਾਰਾ ਪੂਰਾ ਕਰਕੇ 2009 'ਚ ਬਿਜਲੀ ਨੂੰ ਪੂਰਾ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਤੇ 2014 ਤਾਈਂ ਜਿੱਥੇ ਪਿਛਲੇ 60 ਸਾਲਾਂ ਤੋਂ 6000 ਮੈਗਾਵਾਟ ਬਿਜਲੀ ਦੀ ਪੈਦਾਵਾਰ ਪੰਜਾਬ 'ਚ ਤਕਰੀਬਨ 6000 ਮੈਗਾਵਾਟ ਦੀ ਹੁੰਦੀ ਸੀ, ਸ਼੍ਰੋਮਣੀ ਅਕਾਲੀ ਦਲ ਨੇ ਉਹਨੂੰ 13000 ਤਾਈਂ ਲੈ ਕੇ ਗਏ, ਜਿਹਦੇ ਕਰਕੇ ਬਿਜਲੀ ਆਮੋ ਆਮ ਹੀ ਨਹੀਂ ਹੋ ਗਈ ਲੇਕਿਨ ਸਰਪਲਸ ਵੀ ਹੋ ਗਈ। ਲੋਕਾਂ ਨੇ ਜਨਰੇਟਰ ਇਨਵਰਟਰ ਸਭ ਖਤਮ ਹੋ ਗਏ। ਪੂਰੇ 8 ਘੰਟੇ ਖੇਤਾਂ ਨੂੰ ਬਿਜਲੀ ਮਿਲਦੀ ਸੀ, ਕਿਉਂਕਿ ਹਰ ਸਾਲ ਬਿਜਲੀ ਦੀ ਡਿਮਾਂਡ ਵੱਧਦੀ ਰਹਿੰਦੀ ਹੈ। ਤੁਸੀਂ ਮੈਨੂੰ ਦੱਸੋ ਕਿ ਪਿਛਲੇ 4.5 ਸਾਲਾਂ 'ਚ ਕੀ ਕਾਂਗਰਸ ਸਰਕਾਰ ਨੇ 1 ਵੀ ਮੈਗਾਵਾਟ ਦੀ ਬਿਜਲੀ ਦੀ ਪੈਦਾਵਾਰ ਕਰਨ ਦਾ ਕੁਝ ਨੀਂਹ ਪੱਥਰ ਰੱਖਿਆ, ਕੁਝ ਕੰਮ ਕੀਤਾ ਹੈ? ਹਕੀਕਤ ਆ ਹੈਗੀ ਕਿ ਦੂਰ ਨਹੀਂ, ਬਠਿੰਡਾ ਦੇਖ ਲਓ ਬੰਦ ਕਰਤਾ ਥਰਮਲ ਪਲਾਂਟ, ਤਲਵੰਡੀ ਸਾਬੋ ਦੇਖ ਲਓ। ਮਾਰਚ ਦੇ ਮਹੀਨੇ 'ਚ ਉਹਦੀ ਚਿਮਨੀ ਖਰਾਬ ਪਈ ਹੈ। ਤੁਹਾਨੂੰ ਪਤਾ ਹੈ ਜੂਨ ਦੇ ਮਹੀਨੇ 'ਚ ਖਪਤ ਸਭ ਤੋਂ ਜ਼ਿਆਦਾ, ਕਿਉਂਕਿ ਗਰਮੀ ਵੱਧ ਹੁੰਦੀ ਹੈ, ਝੋਨੇ ਦੀ ਬਿਜਾਈ ਹੁੰਦੀ ਹੈ। ਤੁਹਾਨੂੰ ਪਤਾ ਹੈ ਮਾਰਚ ਤੋਂ ਖਰਾਬ ਪਈ ਹੈ। ਇਹ ਜੁਲਾਈ ਦਾ ਮਹੀਨਾ ਹੈ, ਅੱਜ ਤਾਂ ਹੀ ਨਹੀਂ ਠੀਕ ਹੋਈ, ਦੂਜੀ ਹੋਰ ਖਰਾਬ ਹੋ ਗਈ। राजपुरा का भी आही हाल हैगा। थर्मल प्लांट लगाने के बजाय चलते चलाए नूं बंद करता।
ਜਿਹਦੇ ਕਰਕੇ ਅੱਜ ਬਿਜਲੀ ਦਾ ਆਹ ਹਾਲ ਹੈਗਾ ਕਿ ਨਾ ਘਰਾਂ 'ਚ ਇੰਡਸਟਰੀ ਨੂੰ ਜ਼ਬਰਨ 2 ਦਿਨ ਬੰਦ ਕਰ ਦਿੱਤਾ ਹੈਗਾ, ਸਰਕਾਰੀ ਦਫ਼ਤਰਾਂ ਨੂੰ ਅੱਧਾ ਦਿਨ ਦਾ ਕਰ ਦਿੱਤਾ ਹੈਗਾ, ਤੇ ਕਿਸਾਨਾਂ ਦਾ ਤਾਂ ਕੀ ਹਾਲ ਹੈ ਕਿ ਨਹਿਰੀ ਪਾਣੀ ਇੱਕ ਪਾਸੇ ਨਹੀਂ ਆ ਰਿਹਾ ਹੈਗਾ, ਕੱਸੀਆਂ ਸਾਰੀ ਸੁੱਕੀਆਂ ਪਈਆਂ ਨੇ, ਝੋਨਾ ਮੱਚ ਰਿਹਾ, ਪਨੀਰੀ ਮੱਚ ਰਹੀ ਹੈ, ਤੇ ਲੋਕੀ ਚੀਕਾਂ ਮਾਰ ਰਹੇ ਨੇ ਕਿਉਂਕਿ ਇੱਕ ਪਾਸੇ ਘਰ 'ਚ ਇਨਵਰਟਰ ਕੋਈ ਨਹੀਂ ਚਲਾ ਸਕਦਾ ਕਿਉਂਕਿ ਬਿਜਲੀ ਰੀਚਾਰਜ ਨਹੀਂ ਹੋ ਰਹੀ, ਦੂਜੇ ਪਾਸੇ ਜਨਰੇਟਰ ਨਾਲ ਆਪਣੀ ਫਸਲ ਨਹੀਂ ਪਾ ਸਕਦਾ ਕਿਉਂਕਿ ਅਸਮਾਨ ਤਾਈਂ ਤਾਂ ਪੈਟਰੋਲ ਡੀਜ਼ਲ ਦੀ ਕੀਮਤਾਂ ਪਈਆਂ ਹੋਈਆਂ ਨੇ। ਹੁਣ ਜੇ ਸਰਕਾਰ 'ਚ ਮਾੜੀ ਮੋਟੀ ਵੀ ਕੋਈ ਸ਼ਰਮ ਹੁੰਦੀ ਤਾਂ ਘੱਟ ਤੋਂ ਘੱਟ ਜਿਹੜਾ ਤੁਸੀਂ 60-70 ਰੁਪਏ ਟੈਕਸ ਲੈ ਰਹੇ ਹੋ ਡੀਜ਼ਲ ਪੈਟਰੋਲ ਦੇ ਉੱਤੇ, 5-7 ਰੁਪਏ ਉਹਨੂੰ ਘਟਾ ਦਿਓ। ਜੇ ਕੇਂਦਰ ਦੀ ਸਰਕਾਰ ਨੂੰ ਮਾੜੀ ਮੋਟੀ ਸ਼ਰਮ ਹੁੰਦੀ ਤੇ 5-7 ਰੁਪਏ ਉਹ ਘਟਾ ਦਿੰਦੇ, ਲੇਕਿਨ ਇਹ ਦੋਨੋਂ ਸਰਕਾਰਾਂ ਬੇਸ਼ਰਮ ਨੇ, ਲੋਕਾਂ ਦੀ ਕੋਈ ਪਰਵਾਹ ਨਹੀਂ। ਕੈਪਟਨ ਸਾਹਿਬ ਨੂੰ ਤਾਂ ਆਪਣੀ ਕੁਰਸੀ ਬਚਾਉਣ 'ਚ ਸਿਰਫ ਤੇ ਲੁੱਟਣ 'ਚ ਕਾਂਗਰਸ ਸੀਮਤ ਹੈ ਕਿ ਹੁਣ ਜਿੰਨੇ ਪੈਸੇ ਜਿੱਥੇ ਦਾ ਲੱਗਦਾ ਹੈ ਲੁੱਟਣ 'ਚ ਲੱਗੇ ਹੋਏ ਨੇ। ਹੁਣ ਬਿਜਲੀ ਮਹਿਕਮੇ ਦਾ ਤੁਸੀਂ ਦੇਖੋ, ਤਕਰੀਬਨ ਇਹਨਾਂ ਦੇ ਪਿਛਲੇ 5 ਸਾਲ ਦਾ ਜਿਹੜਾ ਇਹਨਾਂ ਨੇ ਐਗਰੀਕਲਚਰ ਸਬਸਿਡੀ, ਬਾਦਲ ਸਾਹਿਬ ਹਰ ਸਾਲ 6000 ਕਰੋੜ ਦਾ ਸਬਸਿਡੀ ਆਪਾਂ ਜਿਹੜੀ ਮੁਫਤ ਬਿਜਲੀ ਦਿੰਦੇ ਆ, 5000 ਰੁਪਏ ਤਾਂ PSPCL ਨੂੰ ਬਕਾਇਆ ਸਰਕਾਰ ਦਾ ਹੋ ਪਿਆ ਹੈਗਾ। ਜਿਹੜੇ 44 ਮਹਿਕਮਿਆਂ ਤੋਂ ਬਿਜਲੀ ਦੇ ਬਿੱਲ ਸਰਕਾਰ ਨੇ ਨਹੀਂ ਭਰੇ ਨੇ, ਤਕਰੀਬਨ 2200 ਕਰੋੜ ਉਹ ਪਿਆ ਹੋਇਆ ਹੈ। ਇਹਨਾਂ ਦੇ MLA ਦਾ 8.5-9 ਲੱਖ, ਤਾਂ ਇਹਨਾਂ ਦੇ MLA ਦਾ ਪਿਆ ਇੱਕ ਦਾ ਹੈਗਾ, ਬਾਕੀਆਂ ਦਾ ਹੋਰ ਦਾ ਦੇਖ ਲਓ। ਸੋ ਜੇ ਸਰਕਾਰ ਹੀ ਬਿਜਲੀ ਦੇ ਬਿੱਲ ਨਹੀਂ ਭਰੂਗੀ ਤੇ ਆਮ ਇਨਸਾਨ ਜੇ ਕੋਈ ਬਿੱਲ ਨਾ ਭਰੇ ਉਹਦਾ ਤਾਂ ਮੀਟਰ ਵੀ ਪੱਟ ਕੇ ਲੈ ਜਾਂਦੇ ਤੇ ਬਿਜਲੀ ਵੀ ਡਿਸਕਨੈਕਟ ਕਰਦੇ ਨੇ, ਤੇ ਫਿਰ ਇਹ ਸਰਕਾਰ ਦਾ ਤੇ ਕੈਪਟਨ ਸਾਹਿਬ ਦੇ ਤਾਂ 60 AC ਚਲੋ ਤਾਂ ਮਜ਼ੇ ਨਾਲ ਬੈਠੇ ਹੋਏ ਨੇ। ਸਰਕਾਰ ਨੇ ਕਿਹਾ ਪਾਵਰ ਪ੍ਰੋਜੈਕਟ ਜਿਹੜੇ ਐਗਰੀਮੈਂਟ ਕੀਤੇ ਸੀ ਉਹ ਅਕਾਲੀ ਸਰਕਾਰ ਨੇ ਕੀਤੇ ਸੀ ਉਸ ਸਮੇਂ, ਤੋ ਜੇ ਅਕਾਲੀ ਸਰਕਾਰ ਨੇ ਬਿਲਕੁਲ ਕਹੀ ਸੀ ਕਿਉਂਕਿ ਅਸੀਂ ਲੋਕਾਂ ਨੂੰ ਵਾਅਦਾ ਕੀਤਾ ਕਿ ਅਸੀਂ ਬਿਜਲੀ ਆਮੋ ਆਮ ਕਰਾਂਗੇ, ਤੇ ਬਿਜਲੀ ਦੇ ਆਮੋ ਆਮ ਕਰਨ ਜਨਰੇਟ ਕਰਨ ਦੇ 2 ਤਰੀਕੇ ਹੁੰਦੇ ਨੇ, ਜਾਂ ਤੁਸੀਂ ਜਨਰੇਟ ਕਰੋ ਜਾਂ ਤੁਸੀਂ ਖਰੀਦੋ। ਖਰੀਦਣ ਵਾਸਤੇ ਜਿਹੜੇ ਰੇਟ 'ਚ ਖਰੀਦੀ ਜਾ ਰਹੀ ਸੀ ਉਹ ਜੇ ਆਪਾਂ ਉਹ ਉਨੀ ਮਹਿੰਗੀ ਬਿਜਲੀ ਜੇ ਖਰੀਦ ਵੀ ਲੈਤੇ ਜਿਹਦੇ ਨਾਲ ਲੋਕਾਂ ਦੇ ਬਿਜਲੀ ਦੇ ਬਿੱਲ ਵਧਨੇ ਸੀ, ਲੇਕਿਨ ਟਰਾਂਸਮਿਸ਼ਨ ਲਾਈਨਾਂ ਜਿਹੜੀ ਸੀਗੀਆਂ ਉਹ ਤਾਂ 5000 ਦੀ ਸੀਗੀਆਂ, ਉਹਦੇ ਵਿੱਚ ਹੋਰ ਬਿਜਲੀ ਕਿਵੇਂ ਪਾ ਸਕਦੇ ਅਸੀਂ? 5000 ਕਰੋੜ ਕਰਕੇ ਕਿੰਨੇ ਗ੍ਰਿਡ, ਕਿੰਨੇ ਸਬ ਸਟੇਸ਼ਨ ਨਵੀਨੀਕਰਨ ਕਰਕੇ 5000 ਕਰੋੜ ਨਵੀਨੀਕਰਨ ਕਰਕੇ ਹੋਰ ਉਹ ਤਾਰਾਂ ਨੂੰ ਵੀ ਅਪਗ੍ਰੇਡ ਕੀਤਾ, ਜਿਹਦੇ ਕਰਕੇ ਅਸੀਂ 13000 ਬਿਜਲੀ ਮੈਗਾਵਾਟ ਦੀ ਪਹੁੰਚਾ ਸਕਦੇ ਸੀਗੇ। ਹੁਣ ਜਿੱਥੇ PPL ਦੇ ਜੇ 4.5 ਸਾਲ ਤੋਂ ਤੁਹਾਨੂੰ ਇਹਦੇ ਵਿੱਚ ਕੋਈ ਨੁਕਸ ਲੱਗਦਾ ਸੀ, ਜਿਨ੍ਹਾਂ ਨੇ ਤਾਂ ਬਿਜਲੀ ਪੈਦਾ ਕੀਤੀ, ਆਮੋ ਆਮ ਕੀਤੀ, ਅੱਜ ਤੁਸੀਂ ਕਹਿੰਦੇ ਹੋ ਬਿਜਲੀ ਦੇ ਕੱਟ ਉਹਨਾਂ ਦੇ ਕਰਕੇ ਲੱਗ ਰਹੇ ਨੇ, ਤੇ ਜੇ ਕੁਝ ਨੁਕਸ ਸੀਗਾ ਤੇ 4.5 ਸਾਲ ਤੁਸੀਂ ਸੁੱਤੇ ਰਹੇ। ਹਕੀਕਤ ਆ ਹੈਗੀ ਕਿ ਜਿੰਨੇ ਵੀ PPA ਐਗਰੀਮੈਂਟ ਹੁੰਦੇ ਨੇ ਇੱਕ ਗਲੋਬਲ ਟੈਂਡਰ ਨਿਕਲਦਾ ਹੈ, ਉਹ ਗਲੋਬਲ ਟੈਂਡਰ ਵਾਸਤੇ ਇੱਕ ਫਾਰਮੈਟ ਕੇਂਦਰ ਦੀ ਸਰਕਾਰ ਦਿੰਦੀ ਹੈ। ਮਨਮੋਹਨ ਸਿੰਘ ਦੀ ਸਰਕਾਰ ਨੇ, ਗਵਰਨਮੈਂਟ ਆਫ ਇੰਡੀਆ ਨੇ ਉਹ ਫਾਰਮੈਟ ਬਣਾਇਆ ਜਿਹਦੇ ਵਿੱਚ ਗਲੋਬਲ ਟੈਂਡਰ ਨਿਕਲਿਆ, ਜਿਹਦੇ ਵਿੱਚ ਲੋਕਾਂ ਨੇ ਅਪਲਾਈ ਕੀਤਾ ਤੇ 6 ਬਿਜਲੀ ਦੇ ਪਲਾਂਟ ਸੈਂਕਸ਼ਨ ਹੋਏ ਉਸ ਟਾਈਮ 'ਚ, ਜਿਹਦੇ ਵਿੱਚ 2 ਪੰਜਾਬ 'ਚ ਸੀਗੇ, ਤੇ ਉਹ ਰੇਟ ਫਿਕਸ ਚਾਰਜਸ ਸਭ ਤੋਂ ਘੱਟ ਬਾਕੀਆਂ ਦੇ ਹਿਸਾਬ 'ਚ ਤੁਸੀਂ ਦੇਖ ਲਓ। ਸੋ ਇਹ ਝੂਠ ਮਾਰਨ ਵਾਲੀ ਜੁਮਲੇ ਵਾਲੀ ਸਰਕਾਰ ਹੈ। ਆਪ ਦੀ ਨਾਕਾਮੀਆਂ ਨੂੰ ਲੁਕਾਉਣ ਵਾਸਤੇ ਹੁਣ ਤੁਸੀਂ ਉਹਨਾਂ ਦੇ ਉੱਤੇ ਇਲਜ਼ਾਮ ਲਗਾਓ ਜਿਨ੍ਹਾਂ ਨੇ ਬਿਜਲੀ ਲਾ ਕੇ ਲੋਕਾਂ ਨੂੰ ਦੇ ਕੇ ਜਨਰੇਟਰ ਤੇ ਇਨਵਰਟਰ ਭੁਲਾਤਾ ਸੀਗਾ। ਇਸ ਤੋਂ ਹੋਰ ਕੀ ਕਿਸਾਨ ਪਾਰਲੀਮੈਂਟ ਦਾ ਘਿਰਾਓ ਕਰਨ ਜਾ ਰਿਹਾ ਸੈਸ਼ਨ ਸ਼ੁਰੂ ਹੋਣ ਤੋਂ, ਕਿਸ ਤਰ੍ਹਾਂ ਦੇ ਰਹੇ ਕੇਂਦਰ ਸਰਕਾਰ? ਬਿਲਕੁਲ ਕਰੋਗੇ। ਕਿਸਾਨ ਦਾ ਜੋ ਬਿਹਾਲ ਮੋਦੀ ਸਰਕਾਰ ਨੇ ਕੀਤਾ ਹੋਇਆ ਹੈ, ਅੱਜ 8 ਮਹੀਨੇ ਹੋਣ ਨੂੰ 7 ਮਹੀਨੇ ਹੋਣ ਨੂੰ ਆਏ ਨੇ, 500 ਕਿਸਾਨ ਮਰ ਗਏ ਨੇ, ਇੱਕ ਸੰਵੇਦਨਾ ਦਾ ਸ਼ਬਦ ਇਹਨਾਂ ਦੇ ਮੂੰਹ ਤੋਂ ਨਹੀਂ ਨਿਕਲਿਆ। ਇੱਥੇ ਉੱਥੇ ਦੀ ਗੱਲਾਂ ਮਾਰਦੇ ਨੇ। ਕਿਸਾਨ ਦੇ ਕੋਲ ਇੱਕ ਵੀ ਮੰਤਰੀ ਗਿਆ ਨਾ, ਆਪਣੇ ਅਲਾਈਅੰਸ ਪਾਰਟਨਰ ਦੀ ਸੁਣੇ, ਨਾ ਆਪਣੀ ਮੰਤਰੀ ਦੇ ਸੁਣੇ, ਨਾ ਕਿਸਾਨਾਂ ਦੀ ਸੁਣੇ ਨਾ। ਤੇ ਇਹੋ ਜਿਹੀ ਨਿਕੰਮੀ ਸਰਕਾਰ ਦਾ ਕਰਨਾ ਕੀ ਕਿ ਜਿਨ੍ਹਾਂ ਨੇ ਬਣਾਇਆ ਉਹਨਾਂ ਦੀ ਨਹੀਂ ਸੁਣਦੀ, ਤਾਂ ਖਰਾਬ ਤਾਂ ਹੋਣਾ ਹੀ ਹੋਊਗਾ ਹੀ। ਬਿਲਕੁਲ ਕੀ ਕਾਰਨ ਰਹੇ ਹੈ ਜੀ ਕਿ ਹਮੇਸ਼ਾ ਕਿਸੇ ਦੀ ਵੀ ਸਰਕਾਰ ਰਹੀ ਹੈ ਪੰਜਾਬ ਤੇ ਬਿਜਲੀ ਤੇ ਪੈਟਰੋਲ ਹਮੇਸ਼ਾ ਮਹਿੰਗਾ ਹੀ ਰਿਹਾ। ਦੇਖੋ ਬਿਜਲੀ ਸਾਡੇ ਟਾਈਮ 'ਚ ਜਿਹੜੀ ਅੱਜ ਹੈਗੀ ਉਹ ਅੱਧੇ ਰੇਟ ਦੀ ਹੁੰਦੀ ਸੀ, ਤੇ ਇਹ ਬਿਲਕੁਲ ਗਲਤ ਹੈ। ਅਸੀਂ ਬਿਜਲੀ ਪੂਰੀ ਹੀ ਨਹੀਂ ਕੀਤੀ, ਲੇਕਿਨ ਰੇਟ ਵੀ ਇਹਨਾਂ ਤੋਂ ਅੱਧੇ ਰੱਖਿਆ। ਇਹਨਾਂ ਨੇ ਬਿਜਲੀ ਵੀ ਘਟਾਤੀ ਤੇ ਰੇਟ ਵੀ ਦੁੱਗਣੇ ਕਰਤੇ। ਸੋ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦਾ ਕੋਈ ਮੁਕਾਬਲਾ ਨਹੀਂ ਹੈਗਾ। ਅੱਜ ਲੋਕਾਂ ਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ ਕਿ ਕਿਹੜੀ ਸਰਕਾਰਾਂ ਝੂਠ ਮਾਰਦੇ। ਕੇਜਰੀਵਾਲ ਸਾਹਿਬ ਦਾ ਝੂਠ ਦੇਖੋ, ਕੱਲੇ ਸਿਆਸਤ ਵਾਸਤੇ ਜਾਂ ਤਾਂ ਗੁਟਕਾ ਸਾਹਿਬ ਦੀ ਝੂਠੀ ਸਹੁੰ ਹੁੰਦੀਆਂ ਨੇ, ਜਾਂ ਲੋਕਾਂ ਨੂੰ ਗੁੰਮਰਾਹ ਕੇ ਦਿੱਲੀ 'ਚ ਕਹਿੰਦੇ ਮੈਂ 300 ਯੂਨਿਟ ਬਿਜਲੀ ਮੁਫਤ ਕਰਦਾ। ਵੀ ਦਿੱਲੀ ਕਿਉਂ ਨਹੀਂ ਕੀਤਾ ਜਿੱਥੇ ਸਰਕਾਰ ਹੈ? ਉੱਥੇ ਤਾਂ ਅੱਜ ਤਾਈਂ ਕਿਸੇ ਦਾ 300 ਯੂਨਿਟ ਮੁਫਤ ਨਹੀਂ ਹੈਗਾ। ਤੇ ਹਕੀਕਤ ਆ ਹੈਗੀ ਕਿ ਹਰੇਕ ਤੋਂ ਦਿੱਲੀ 'ਚ ਬਿੱਲ ਵਸੂਲਿਆ ਜਾ ਰਿਹਾ, ਕਿਉਂਕਿ ਇੱਕ ਵੀ ਯੂਨਿਟ 'ਚ ਵੱਧ ਜਾਂਦਾ ਤੇ ਪੂਰਾ ਦੇਣਾ ਹੁੰਦਾ ਹੈਗਾ। ਹੁਣ ਪੰਜਾਬ 'ਚ ਆਹ ਕਹਿਣਾ ਪਿਆ ਕਿਉਂਕਿ ਬਾਦਲ ਸਾਹਿਬ ਨੇ ਪਹਿਲੇ ਤੋਂ ਹੀ ਗਰੀਬਾਂ ਦਾ 200 ਯੂਨਿਟ ਮੁਫਤ ਕੀਤਾ ਹੋਇਆ ਸੀ। ਸੋ 200 ਯੂਨਿਟ ਕਹਿਣ ਨਾਲ ਉਹਨਾਂ ਨੂੰ ਕੋਈ ਵੋਟ ਨਹੀਂ ਪੈਣੀ ਸੀ, ਜਿਹਦੇ ਕਰਕੇ ਉਹਨਾਂ ਨੂੰ 300 ਯੂਨਿਟ ਕਹਿਣਾ ਪਿਆ। ਤੇ ਬਿੱਲੀ ਦਾ ਥੈਲੇ ਤੋਂ ਤਾਂ ਹੀ ਬਾਹਰ ਆ ਗਈ ਜਦ ਪੁੱਛਿਆ ਗਿਆ ਜੇ 301 ਯੂਨਿਟ ਦਾ ਬਿੱਲ ਆ ਜਾਊਗਾ ਤਾਂ ਕਹਿੰਦੇ ਫਿਰ ਪੂਰਾ ਭਰਨਾ ਪਊਗਾ ਜਿਵੇਂ ਦਿੱਲੀ 'ਚ ਹੈਗਾ।
ਜਿਹਦਾ ਮਤਲਬ ਕਿ ਜਿਹੜਾ 200 ਯੂਨਿਟ ਵੀ ਮਾਫ ਹੁੰਦਾ ਸੀ ਗਰੀਬਾਂ ਦਾ, ਉਹ ਵੀ ਹੱਥੋਂ ਜਾਣਾ ਸੀ। ਬੀਬਾ ਜੀ ਐਕਟਿਵ ਵਾਰ ਜਿਹੜਾ ਇਲੈਕਸ਼ਨ ਆ ਗਏ ਨੇ 22 ਦੀ 17 ਦੇ ਵਿੱਚ ਨਸ਼ੇ ਦਾ ਮੁੱਦਾ ਭਾਰੀ ਸੀ, ਪਰ ਇਸ ਵਾਰ ਜਿਹੜਾ ਹੈਗਾ ਨਸ਼ਾ ਤੋਂ ਪਰ ਨਸ਼ੇ ਦਾ ਮੁੱਦਾ ਹਾਲ ਤੱਕ ਕਿਸੇ ਵੀ ਸਿਆਸੀ ਪਾਰਟੀ BJP ਨਹੀਂ, ਪਾਰਟੀ ਤੁਸੀਂ ਵੱਲੋਂ ਪਿਛਲੇ ਸਮੇਂ 'ਚ ਦੇਖੋ ਜਿੰਨੇ 1200-1300 ਮੁੰਡੇ ਦੀ ਮੌਤਾਂ ਹੋਈਆਂ ਨੇ ਓਵਰਡੋਜ਼ ਕਰਕੇ, ਜਿਹੋ ਜਿਹੇ ਲੋਕਾਂ ਵਿੱਚ ਹਾਹਾਕਾਰ ਹੈਗੀ, ਜ਼ਰੂਰ ਇਹ ਮੁੱਦਾ ਬਣਿਆ ਹੈਗਾ, ਲੇਕਿਨ ਇਹ ਗੂੰਗੀ ਬਹਿਰੀ ਸਰਕਾਰ ਨੂੰ ਪਰਵਾਹ ਹੀ ਨਹੀਂ ਹੈ। ਉਹਨਾਂ ਦੇ ਖੁਦ ਦੇ ਲੋਕੀ ਹੁਣ ਵੀ ਤੁਸੀਂ ਦੇਖੋ ਕਿੰਨੇ 700 ਕਰੋੜ ਦੀ ਹੈਰੋਇਨ ਕਾਂਗਰਸੀ ਲੋਕਾਂ ਤੋਂ ਫੜੀ ਜਾਏ, ਕਾਂਗਰਸ ਦੇ ਲੀਡਰਾਂ ਤੋਂ ਫੜੀ ਜਾਏ, ਸਰਕਾਰ ਖੁਦ ਵੇਚ ਰਹੀ ਹੈ, ਪ੍ਰਸ਼ਾਸਨ ਦੇ ਨਾਲ ਵੇਚ ਰਹੀ ਹੈ, ਹੋਮ ਡਿਲੀਵਰੀ ਕਰ ਰਹੀ ਹੈ, ਪਰ ਸਰਕਾਰ ਬੇਸ਼ਰਮ ਹੋਈ ਬੈਠੀ ਕਿਉਂਕਿ ਇਹਨਾਂ ਨੇ ਸਿਰਫ ਪੈਸੇ ਕੋ ਨਜਾਇਜ਼ ਸ਼ਰਾਬ ਦੇਖ ਲਓ, ਬਠਿੰਡੇ 'ਚ ਦੇਖ ਲਓ ਬੇਟੇ, ਇਹ 500 ਕਰੋੜ ਮੈਂ ਲੈ ਕੇ ਆਈ ਨਵੀਨੀਕਰਨ ਵਾਸਤੇ। ਗੁਰੂ ਨਾਨਕ ਸਾਹਿਬ ਦੇ ਜਦ 500 ਸਾਲਾ ਸੀਗਾ ਇਹ ਥਰਮਲ ਪਲਾਂਟ ਲੱਗਿਆ ਸੀਗਾ, 550 ਸਾਲ ਪੂਰੇ ਹੁੰਦੇ ਜਿਹੜਾ ਕਹਿੰਦਾ ਸੀ ਜਹਾਜ਼ਾਂ ਦੀ ਫੈਕਟਰੀ, ਵਿੱਤ ਮੰਤਰੀ ਦੇ ਕੋਲ ਸਾਰਾ ਖਜ਼ਾਨਾ ਹੈ, ਜਹਾਜ਼ਾਂ ਦੀ ਫੈਕਟਰੀ ਦਾ ਕੀ ਲੈਣਾ, ਗੁਰੂ ਨਾਨਕ ਸਾਹਿਬ ਦੇ ਨਾਂ ਦਾ ਥਰਮਲ ਪਲਾਂਟ ਹੀ ਚੱਕ ਕੇ ਬੰਦ ਕਰਤਾ। ਤੇ ਉੱਥੇ ਜ਼ਮੀਨ ਹੜਪਣ ਦੀ ਜਿਹੜੀ ਸਾਜ਼ਿਸ਼ ਰਚੀ ਸੀ ਉਹ ਜਦ ਨਹੀਂ ਹੋਈ ਤਾਂ ਤੁਸੀਂ ਦੇਖੋ ਕਿ ਕੋਈ ਫਲਾਈ ਐਸ਼ ਦਾ ਕਿਵੇਂ ਇਲੀਗਲ ਉੱਥੇ ਮਾਈਨਿੰਗ ਤੇ ਜਿਹੜੇ ਸਿੰਗਲਾ ਸਾਹਿਬ ਨੇ ਜਗ ਜ਼ਾਹਿਰ ਕੀਤਾ ਤੇ ਉਹਨਾਂ ਦੇ ਉੱਤੇ ਜਾਨਲੇਵਾ ਹਮਲਾ। ਜੇ ਕੋਈ ਇਹਨਾਂ ਤੋਂ ਕੋਈ ਸਵਾਲ ਕਰਦਾ ਹੈ ਭਾਵੇਂ ਪੱਤਰਕਾਰ ਹੋਏ ਉਹਨਾਂ ਦੇ ਉੱਤੇ ਹਮਲਾ। ਜਿਹੜੇ ਝੂਠੇ ਲਾਰੇ ਲਾਏ ਸੀ ਅੱਜ ਜਿਹੜਾ ਬੰਦਾ ਅੱਗੇ ਕਦੇ ਚੁੰਨੀਆਂ ਖਿੱਚ ਕੇ, ਇਹ ਸਰਕਾਰ ਦਾ ਕੰਮ ਹੈਗਾ। ਅੱਜ ਕੌਣ ਸੜਕਾਂ 'ਚ ਨਹੀਂ ਉਤਰਾ ਹੈ, ਕਿਹੜਾ ਇਹਨਾਂ ਦਾ ਵਾਅਦਾ ਇਹਨਾਂ ਨੇ ਪੂਰਾ ਕੀਤਾ ਹੈ, ਹਰ ਤਰਫੋਂ ਇਹ ਫੇਲ ਹੋ ਚੁੱਕੀ ਹੈ ਜਿਹਦੇ ਕਰਕੇ ਸਾਰੇ ਲੋਕੀ ਸੜਕਾਂ 'ਚ ਉਤਰੇ। ਲੇਕਿਨ ਕੈਪਟਨ ਸਾਹਿਬ ਨੂੰ ਪਰਵਾਹ ਹੀ ਨਹੀਂ ਹੈ ਕਿਉਂਕਿ ਉਹ ਇਕੱਲੇ ਕੁਰਸੀ ਬਚਾਉਣ ਵਾਸਤੇ। ਅੱਜ ਜਿਹੜੇ ਇਹਨਾਂ ਦੇ ਇੱਕ MLA ਸਾਹਿਬ ਵੱਡੇ ਐਕਸ ਮੰਤਰੀ ਜਿਹੜੇ ਵੱਡੇ ਵੱਡੇ ਟਵੀਟ ਕਰ ਰਹੇ ਨੇ ਵੀ ਤੁਹਾਨੂੰ ਤਾਂ ਪਾਵਰ ਮਿਨਿਸਟਰੀ ਕੈਪਟਨ ਸਾਹਿਬ ਦੇ ਰਹੇ ਸੀ, ਜੇ ਤੁਸੀਂ ਪਾਵਰ ਐਗਰੀਮੈਂਟ ਤੁਹਾਨੂੰ ਸਹੀ ਨਹੀਂ ਲੱਗ ਰਹੀ ਸੀ ਲੈ ਕੇ ਉਸ ਟਾਈਮ ਤੁਸੀਂ ਕੈਂਸਲ ਕਰਨਾ ਸੀਗਾ। ਜੇ ਇੰਨੇ ਵੱਡੇ ਸੁਝਾਅ ਹੋਣ ਦੇ ਰਹੇ ਮੰਤਰੀ ਬਣ ਕੇ ਉਹ ਸਾਰਾ ਲਾਗੂ ਕਰਨਾ ਸੀਗਾ, ਲੇਕਿਨ ਸਿਆਸਤ ਖੇਡਣੀ ਹੈ। ਸੋ ਇਹ ਇਕੱਲੇ ਸਿਆਸਤ ਖੇਡ ਕੇ ਅਕਾਲੀ ਦਲ ਨੂੰ ਇਹਨਾਂ ਨੂੰ ਦੋਨਾਂ ਪਾਰਟੀਆਂ ਨੇ ਰਲ ਮਿਲ ਕੇ ਬਦਨਾਮ ਕੀਤਾ। ਕਾਂਗਰਸ ਪਾਰਟੀ ਉਹਨਾਂ ਦੀ B ਟੀਮ, ਆਮ ਆਦਮੀ ਪਾਰਟੀ, ਇਹਨਾਂ ਦਾ ਇੱਕੋ ਹੀ ਮਕਸਦ ਹੈ ਕਿ ਜਿਹੜੀ ਪੰਜਾਬੀਆਂ ਤੇ ਪੰਜਾਬ ਦੀ ਪਾਰਟੀ ਹੈ ਉਸ ਪਾਰਟੀ ਨੂੰ ਕਮਜ਼ੋਰ ਕਰੀਏ ਤੇ ਪੰਜਾਬ ਤੇ ਪੰਜਾਬੀਆਂ ਦੇ ਉੱਤੇ ਕਬਜ਼ਾ ਕਰੀਏ। ਬੀਬਾ ਜੀ ਇਹ ਚਲਤ ਮੁੱਦੇ ਨੇ ਲਗਾਤਾਰ ਹੀ ਚੱਲੇ ਆ ਰਹੇ ਨੇ, ਆਪਾਂ ਜਿੰਨੇ ਵੀ ਹੁਣ ਚੋਣ ਤੇ ਦੇਖਿਆ, ਨਸ਼ਾ ਹੋ ਗਿਆ, ਬਿਜਲੀ ਦੇ ਹੋ ਗਏ, ਅਕਾਲੀ ਦਲ ਕੋਲ ਨਵਾਂ ਮੁੱਦਾ ਕੀ ਹੈ? ਦੇਖੋ ਅਕਾਲੀ ਦਲ ਸਭ ਤੋਂ ਪਹਿਲਾਂ ਪੰਜਾਬ ਨੂੰ ਇੱਕ ਵਾਰ ਫੇਰ ਉਹਨਾਂ ਲੀਹਾਂ 'ਚ ਜਿੱਥੇ ਗਰੀਬਾਂ ਦੀ ਸਕਾਲਰਸ਼ਿਪ ਮੁੱਕ ਗਈ, ਉਹਨਾਂ ਦੇ ਸ਼ਗਨ ਸਕੀਮ ਬੰਦ ਹੋ ਗਏ, ਉਹਨਾਂ ਦੇ ਬਿਜਲੀ ਦੇ ਬਿੱਲ ਕਿੱਥੇ ਤਾਈਂ ਪਹੁੰਚ, ਜਿਹੜੀ ਚੀਜ਼ਾਂ ਅਕਾਲੀ ਦਲ ਦੇ ਟਾਈਮ ਸਹੂਲਤਾਂ ਸੀਗੀਆਂ ਹਰੇਕ ਵਰਗ ਨੂੰ, ਇੰਡਸਟਰੀ ਨੂੰ, ਦੁਕਾਨਦਾਰਾਂ ਨੂੰ, ਲੋਕਾਂ ਨੂੰ, ਨੌਜਵਾਨਾਂ ਦੇ 3-4 ਲੱਖ ਨੌਕਰੀਆਂ ਲੱਗੀਆਂ ਗਈਆਂ ਸੀ। ਪਹਿਲੇ ਤਾਂ ਉਸ ਲੀਹਾਂ 'ਚ ਅਸੀਂ ਵਾਪਸ ਲੈ ਕੇ ਆ ਕੇ ਉਹਦੇ ਬਾਅਦ ਇਹ ਸੂਬੇ ਨੂੰ ਇੱਕ ਵਾਰ ਫੇਰ ਹੋਰ ਅੱਗੇ ਅੱਜ ਨੌਕਰੀਆਂ ਦਾ, ਬੇਰੁਜ਼ਗਾਰੀ ਦਾ ਬਹੁਤ ਵੱਡਾ ਮੁੱਦਾ ਹੈ। ਅੱਜ ਕਿਸਾਨੀ ਵਿੱਚ ਬਹੁਤ ਵੱਡਾ ਨੁਕਸਾਨ ਹੈ। ਹੁਣ ਕਿਸਾਨ ਸਾਡੇ ਬਾਰਡਰ 'ਚ ਕਿਉਂ ਬੈਠੇ ਨੇ? ਜੇ ਕੈਪਟਨ ਸਾਹਿਬ ਨੇ ਜਿਵੇਂ ਅੱਜ 5 ਸਾਲ ਬਿਜਲੀ ਦੀ ਪਰਵਾਹ ਨਹੀਂ ਕੀਤੀ, ਮਾਰਚ ਤੋਂ ਥਰਮਲ ਤਲਵੰਡੀ ਸਾਹਿਬ ਉਹਦਾ ਖਰਾਬ ਪਿਆ, ਪਰਵਾਹ ਨਹੀਂ ਕੀਤੀ, ਜਿਹਦਾ ਅੱਜ ਭੁਗਤਣਾ ਪੈ ਰਿਹਾ। ਜੇ 2019 'ਚ ਜਦ ਇਹ ਕਾਲੇ ਕਾਨੂੰਨ ਬਣ ਰਹੇ ਸੀਗੇ, ਜਿਸ ਕਮੇਟੀ ਦੇ ਕੈਪਟਨ ਸਾਹਿਬ ਇੱਕ ਮੈਂਬਰ ਸੀਗੇ, ਜੇ ਉਸ ਟਾਈਮ ਪੈਰਵਾਈ ਕੀਤੀ ਹੁੰਦੀ, ਜੇ ਓਬਜੈਕਸ਼ਨ ਲਾਈ ਹੁੰਦੀ ਜਿਵੇਂ ਮੈਂ ਲਾਈ ਜਦ ਮੇਰੇ ਕੋਲ ਫਾਈਲ ਆਈ, ਤੇ ਫਿਰ ਇਹ ਅੱਜ ਕਿਸਾਨਾਂ ਦਾ ਇਹ ਹਾਲ ਨਹੀਂ ਹੁੰਦਾ। ਤੇ ਇਹ ਕਾਨੂੰਨ ਜੇ ਲਾਗੂ ਹੋ ਜਾਂਦਾ ਪੰਜਾਬ ਤਾਂ ਰੁਲ ਗਿਆ ਕਿਉਂਕਿ ਸਾਰਾ ਕੁਝ ਹੀ ਕਿਸਾਨੀ ਦੇ ਉੱਤੇ ਨਿਰਭਰ ਹੈ। ਸੋ ਪਹਿਲੀ ਗੱਲ ਤਾਂ ਜਿਹੜਾ ਇਹਨਾਂ ਦੇ ਕੀਤੇ ਹੋਏ ਕੰਮ ਹੈ ਉਹ ਤੇ ਇਹਨਾਂ ਦੇ ਇੱਕ ਜਿਹੜਾ ਇਹਨਾਂ ਨੇ ਘਪਲਾ ਕੀਤਾ ਹੈ, ਨਾ ਕਿਸੇ ਲੀਡਰ ਨੂੰ ਬਖਸ਼ਿਆ ਜਾਊਗਾ, ਨਾ ਕਿਸੇ ਅਫਸਰ ਨੂੰ ਬਖਸ਼ਿਆ ਜਾਊਗਾ। ਉਹਨਾਂ ਸਾਰਿਆਂ ਤੋਂ ਫੜ ਕੇ ਬੰਦੀ ਕਾਰਵਾਈ ਕਰਕੇ ਪੈਸਾ ਵਸੂਲ ਕੇ ਉਸ ਖਜ਼ਾਨੇ ਵਿੱਚ ਪਾਇਆ ਜਾਊਗਾ। ਐਸਸੀ ਬੱਚਿਆਂ ਦੇ ਵਜ਼ੀਫੇ ਨੂੰ ਲੈ ਕੇ ਪ੍ਰਾਈਵੇਟ ਕਾਲਜਸ ਨੇ ਜਿਹੜੇ ਨੈਸ਼ਨਲ ਐਸਸੀ ਕਮਿਸ਼ਨ ਕੋਲੇ ਜਾ ਰਹੇ ਨੇ ਕਿਉਂਕਿ ਸਰਕਾਰ ਨੇ ਉਹਨਾਂ ਦੀ ਜਿਹੜੀ ਬਕਾਇਆ ਅਦਾਇਗੀ ਹੈ ਵਜ਼ੀਫੇ ਦੀ ਉਹ ਦੇਣ ਤੋਂ ਨਾ ਕਰ ਦਿੱਤੀ ਗਈ ਹੈ। ਅਕਾਲੀ ਦਲ ਦਾ ਕੀ ਸਟੈਂਡ ਹੋਏਗਾ? ਜਿਵੇਂ ਮੈਂ ਕਿਹਾ ਕਿ ਜਿਨ੍ਹਾਂ ਕਾਲਜਾਂ ਨੂੰ ਦੇ ਕੇ ਇਹਨਾਂ ਨੇ ਪਿੱਛੋਂ ਪੈਸੇ ਖਾਦੇ ਨੇ, ਆਪਾਂ ਸਾਰਿਆਂ ਤੋਂ ਉਹ ਬਕਾਇਆ ਪੂਰਾ ਵਸੂਲਾਂਗੇ, ਨਾ ਉਸ ਮੰਤਰੀ ਨੂੰ ਛੱਡਾਂਗੇ, ਨਾ ਉਸ ਸੈਕਟਰੀ ਨੂੰ ਛੱਡਾਂਗੇ, ਤੇ ਨਾ ਹੀ ਉਹਨਾਂ ਲੋਕਾਂ ਨੂੰ ਛੱਡਾਂਗੇ ਜਿਨ੍ਹਾਂ ਨੇ ਲੋਕਾਂ ਦੇ ਹੱਕ ਨੂੰ ਮਾਰਿਆ ਹੈਗਾ। ਤੁਸੀਂ ਸਕਾਲਰਸ਼ਿਪ ਦੀ ਗੱਲ ਕਰਦੇ ਹੋ, ਵੈਕਸੀਨਾਂ ਦੀ ਗੱਲ ਦੇਖ ਲਓ। ਸ਼ਰੇਆਮ ਜਿੱਥੇ ਕਰੋਨਾ ਦੇ ਨਾਲ ਕਿੰਨੇ ਲੋਕੀ ਮਰ ਗਏ, ਪੰਜਾਬ 'ਚ ਸਭ ਤੋਂ ਵੱਧ ਮੌਤਾਂ ਹੋਈਆਂ। ਤੇ ਜੇ ਵੈਕਸੀਨ ਇੱਕ ਤਰੀਕਾ ਸੀਗਾ ਜਿਹਦੇ ਨਾਲ ਲੋਕਾਂ ਦੀ ਜਾਨਾਂ ਬਚਾਈਆਂ ਜਾ ਸਕਦੀਆਂ, ਤੇ ਮੰਤਰੀ ਨੇ ਚੱਕ ਕੇ ਪ੍ਰਾਈਵੇਟ ਹਸਪਤਾਲਾਂ ਨੂੰ ਵੇਚਤਾ। ਸਰਕਾਰੀ ਅਫਸਰ ਕੈਪਟਨ ਸਾਹਿਬ ਦੀ ਚੀਫ ਸੈਕਟਰੀ ਦੱਸ ਰਹੀ ਹੈ ਲੋਕਾਂ ਨੂੰ ਕਿ ਇੱਥੇ ਜਾ ਕੇ ਪ੍ਰਾਈਵੇਟ, ਇਹ ਮਤਲਬ ਸਰਕਾਰੀਕਰਨ ਨੂੰ ਇਹਨਾਂ ਨੇ ਬਿਲਕੁਲ ਦੁਕਾਨਦਾਰੀ 'ਚ ਬਦਲਤਾ। ਸਾਰੇ ਦੇਸ਼ 'ਚ ਇਹਦੀ ਨਿਖੇਧੀ ਕੀਤੀ ਗਈ, ਲੇਕਿਨ ਕੈਪਟਨ ਸਾਹਿਬ ਨੇ ਕੀ ਕੀਤਾ ਹੈ? ਕਿਸੇ ਨੂੰ ਸਜ਼ਾ ਹੋਈ? ਉਹ ਮੰਤਰੀ ਦਾ ਕੁਝ ਹੋਇਆ, ਉਸ ਅਫਸਰ ਦਾ ਕੁਝ ਹੋਇਆ? ਤੁਸੀਂ ਅੱਜ ਤਾਈਂ 4.5 ਸਾਲਾਂ 'ਚ ਦੱਸ ਦਿਓ ਜੇ ਇੱਕ ਬੰਦੇ ਨੂੰ ਕਲੀਨ ਚਿੱਟ ਦੇ ਸਿਵਾ ਜੇ ਕਿਸੇ ਨੂੰ ਸਜ਼ਾ ਹੋਈ ਹੈ। ਭਾਵੇਂ ਤੁਸੀਂ ਇਲੀਗਲ ਮਾਈਨਿੰਗ ਦੇਖ ਲਓ, ਭਾਵੇਂ ਤੁਸੀਂ ਇਲੀਗਲ ਸ਼ਰਾਬ ਦੇਖ ਲਓ, ਭਾਵੇਂ ਤੁਸੀਂ ਨਸ਼ੇ ਦੇਖ ਲਓ,
ਸਕਾਲਰਸ਼ਿਪ ਦੇਖ ਲਓ, ਵੈਕਸੀਨ ਦੇਖ ਲਓ। ਤੁਸੀਂ ਮੈਨੂੰ ਦੱਸੋ ਕਿ ਕਸੂਰਵਾਰ ਨੂੰ ਇਹ ਸਰਕਾਰ ਨੇ ਆਪ ਦੀ ਕੁਰਸੀ ਬਚਾਉਣ ਵਾਸਤੇ ਸਾਰਿਆਂ ਨੂੰ ਲੁੱਟਣ 'ਚ ਕੈਪਟਨ ਸਾਹਿਬ ਨੇ ਛੱਡਿਆ। ਮੈਂ ਭਗਵੰਤ ਮਾਨ ਕਹਿ ਰਹੇ ਨੇ ਸੁਖਬੀਰ ਬਾਦਲ ਉਹਨਾਂ ਖੱਡਾਂ ਦਾ ਜਾਇਜ਼ਾ ਲੈ ਰਹੇ ਜੋ ਉਹਨਾਂ ਵੱਲੋਂ ਮਾਈਨਿੰਗ ਸ਼ੁਰੂ ਕੀਤੀ ਗਈ ਸੀ। ਦੇਖੋ, ਜਿਹੜੇ ਸ਼ਰਾਬੀ ਬੰਦਿਆਂ ਦਾ ਤੁਸੀਂ ਮੇਰੇ ਤੋਂ ਖਾਣੋਂ ਕੁਝ ਬੁਲਵਾਉਂਦੇ ਹੋ, ਇਹ ਬੰਦਾ ਕਿਹੜੇ ਨਸ਼ੇ ਖਾ ਕੇ ਕੀ ਬੋਲ ਰਿਹਾ ਇਹਨੂੰ ਆਪ ਵੀ ਪਤਾ ਹੈ ਲੋਕਾਂ ਨੂੰ। ਮੈਡਮ ਮੈਡਮ 2022 ਵਿੱਚ ਚੋਣਾਂ ਹੋ ਰਹੀਆਂ ਉਹਦੇ ਚ ਆਮ ਆਦਮੀ ਪਾਰਟੀ ਵੀ ਕਰੀ 100 ਸੀਟਾਂ ਲੈ ਕੇ ਜਾਵਾਂ, ਕਾਂਗਰਸ ਪਾਰਟੀ ਵੀ ਕਰੀ ਹੈ। ਤੁਹਾਡੀ ਅਕਾਲੀ ਦਲ ਤੁਸੀਂ ਕੀ ਕਹਿੰਦੇ ਹੋ, ਕਿੰਨੀ ਸੀਟਾਂ ਲੈ ਕੇ ਜਾਓਗੇ 17 ਵਿੱਚੋਂ? ਮੈਂ ਵਿਸ਼ਵਾਸ ਨਾਲ ਤੁਹਾਨੂੰ ਕਹਿ ਸਕਦੀ ਹਾਂ ਕਿ ਪਰਮਾਤਮਾ ਦੀ ਕਿਰਪਾ ਨਾਲ, ਲੋਕਾਂ ਦੇ ਸਹਿਯੋਗ ਨਾਲ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੀ ਸਰਕਾਰ ਪੰਜਾਬ 'ਚ ਬਣ ਰਹੀ ਹੈ। ਤੁਸੀਂ ਅੱਜ ਨੋਟ ਕਰਕੇ ਦੇਖ ਲਓ ਕਿ 2022 ਸੀਟਾਂ ਕਿੰਨੇ ਕਹਿੰਦੇ? ਦੇਖੋ, ਮੈਂ ਅੰਤਰਜਾਮੀ ਤਾਂ ਨਹੀਂ ਹੈਗਾ ਕਿ ਮੈਂ ਸੀਟਾਂ ਵੀ ਤੁਹਾਨੂੰ ਦੱਸਦਾ, ਇੰਨਾ ਮੇਰਾ ਤਜਰਬਾ ਨਹੀਂ ਹੈ, ਲੇਕਿਨ ਇੰਨਾ ਤਜਰਬਾ ਮੇਰਾ ਜ਼ਰੂਰ ਹੈ। ਜਦ ਮੈਂ ਕਹਿੰਦੀ ਸੀ ਕਿ ਇਹ ਪੀਪੀ ਪਾਰਟੀ ਇਹ ਕਾਂਗਰਸ ਦੀ ਬੀ ਟੀਮ ਹੈ, ਕਾਂਗਰਸ 'ਚ ਵੜ ਜਾ, ਮੇਰੀ ਪੁਰਾਣੀ ਰਿਕਾਰਡਿੰਗਾਂ ਕੱਢੋ, ਬਿਲਕੁਲ ਸਹੀ ਹੁਆ। ਜਦ ਮੈਂ ਕਹਿੰਦੀ ਸੀ ਆਮ ਆਦਮੀ ਪਾਰਟੀ ਬੀ ਟੀਮ ਹੈਗੀ ਹੈ, ਤੁਸੀਂ ਮੈਨੂੰ ਦੱਸੋ ਵਿਰੋਧੀ ਪਾਰਟੀ ਹੋਣ ਦੇ ਨਾਤੇ ਇਹਨਾਂ ਦੇ 7-7 ਐਮਐਲਏ ਮੇਰੇ ਉਲਟ ਇਲੈਕਸ਼ਨ ਵੀ ਲੜ, ਨਵੀਂ ਪਾਰਟੀ ਵੀ ਅਜੇ ਵੀ ਬੈਠੇ ਹੋਏ ਨੇ, ਹੁਣ ਜਾ ਕੇ ਵਾਪਸ ਵੜ ਗਏ। ਸੋ ਇਹ ਵੀ ਸਹੀ ਨਿਕਲਿਆ। ਅੱਜ ਮੈਂ ਕਹਿ ਰਹੀ ਹਾਂ ਕਿ ਤੁਹਾਡੇ ਸਾਰੇ ਦੇ ਆਸ਼ੀਰਵਾਦ ਸਦਕਾ, ਗੁਰੂ ਸਾਹਿਬ ਦੀ ਰਹਿਮਤ ਸਦਕਾ ਅਕਾਲੀ ਬਸਪਾ ਦੀ ਸਰਕਾਰ ਬਣੋਗੀ, ਬਹੁਤ ਵਧੀਆ ਗਿਣਤੀ ਦੇ ਨਾਲ ਬਣੋਗੀ ਤੇ ਬਹੁਤ ਵਧੀਆ ਕਾਰਗੁਜ਼ਾਰੀ ਕਰਕੇ ਲੋਕਾਂ ਦੀ ਤਕਲੀਫਾਂ ਨੂੰ ਘਟਾਉਣ ਵਾਸਤੇ ਦਿਨ ਰਾਤ ਅਸੀਂ ਸੀਟਾਂ ਪਲੱਸ ਹੋਣ। ਜੇ ਤੁਸੀਂ ਚਾਹੁੰਦੇ ਹੋ ਕਿ ਹਰ ਤਰ੍ਹਾਂ ਦੀ ਖਬਰ ਤੁਹਾਡੇ ਤੱਕ ਪਹੁੰਚੇ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਘੰਟੀ ਨੂੰ ਆਲ 'ਤੇ ਕਰੋ।